ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਕੋਰੋਨਾ ਦੀ ਰਫ਼ਤਾਰ ਬੇਸ਼ੱਕ ਪੂਰੇ ਦੇਸ਼ ਤਣੇ ਪੰਜਾਬ ਦੇ ਵਿੱਚ ਵੀ ਮੱਠੀ ਪੈ ਚੁੱਕੀ ਹੈ, ਪਰ ਕੋਰੋਨਾ ਕਾਲ ਦੌਰਾਨ ਇਸਤੇਮਾਲ ਹੋਈਆਂ ਫਤਿਹ ਕਿੱਟਾਂ ਅਤੇ ਵੈਕਸੀਨ ਨੂੰ ਲੈ ਕੇ ਪੰਜਾਬ 'ਚ ਸਿਆਸਤ ਪੂਰੀ ਰਫ਼ਤਾਰ ਫੜ ਰਹੀ ਹੈ। जी हाँ, पहला वैक्सीन वेचन ਨੂੰ ਲੈ ਕੇ ਵਿਵਾਦ ਸੀ, ਹੁਣ ਪੰਜਾਬ ਸਰਕਾਰ ਕਰਦੀ ਸੀ, ਹੁਣ ਪੰਜਾਬ ਸਰਕਾਰ कर रही है फतेह किट खरीदਣ ਨੂੰ ਲੈ ਕੇ। जी हाँ, ਹੁਣ खरीदਣ ਨੂੰ ਲੈ ਕੇ बवाल है। इल्जाम लग रहे हैं कि सस्ती मिल रही सी फतेह किट जो टेंडर होए सी पंजाब दे विच, पर फिर भी असी महंगी खरीदी क्योंकि असी एक तो बाद एक टेंडर कर दिते, यानी कि पंजाब सरकार ने टेंडर कर दिते। ਜਿਹੜੀ ਚੀਜ਼ 800 850 ਸਾਨੂੰ ਮਿਲ ਰਹੀ ਸੀ ਉਹ ਪਹਿਲਾਂ ਅਸੀਂ 950 ਚ ਖਰੀਦੀ ਤੇ ਉਸ ਤੋਂ ਬਾਅਦ ਕਰਦੇ 13 1350 ਰੁਪਏ ਅਸੀਂ ਉਸ ਦੇ ਲਈ ਖਰਚ ਕਰ ਦਿੱਤੇ, ਯਾਨੀ ਕਰੀਬ ਇੱਕ ਫਤਿਹ ਕਿਟ ਦੇ ਉੱਤੇ 500 ਰੁਪਏ ਜ਼ਿਆਦਾ। ਔਰ ਆਰਡਰ ਕਿੰਨਾ ਹੋਇਆ ਉਹ ਵੀ ਦੱਸਣਾ ਜ਼ਰੂਰੀ ਹੈ। ਕਰੀਬ 2.25 ਲੱਖ ਫਤਿਹ ਕਿਟ ਦਾ ਟੈਂਡਰ ਹੋਇਆ ਹੈ। ਪਹਿਲਾਂ 17000 ਦੇ ਕਰੀਬ, ਦੂਜੀ ਵਾਰੀ 50000 ਤੇ ਫਿਰ 1.5 ਲੱਖ ਦੇ ਕਰੀਬ। ਤਾਂ ਅੱਜ ਸਵਾਲ, ਅੱਜ ਚਰਚਾ ਕਿ ਵਾਕਈ फतेह किट की खरीद दे विच गड़बड़ी हुई है, जानबूझ के खरीदी गई महंगी फतेह किट, या फिर इस मुद्दे उत्ते सिर्फ सियासत हो रही है। अज गल होवेगी किट दी, किट शुरुआत करते हैं दो तस्वीरों के नाल। जी हाँ, दो तस्वीरें जो जिक्र किया कि कदे वैक्सीन ते कदे फतेह किट। वैक्सीन की जरूरत है, पंजाब सरकार ने प्राइवेट हस्पतालों को बेचनी शुरू कर दी सी, बवाल होया, डिसीजन वापस लिया ते जो वैक्सीन दी गई सी 1060 रुपए के हिसाब नाल वो वापस भी ली गई। ते हुण गल फतेह किट की हो रही है। फतेह किट है कि बहुत सारे लोगों तक पंजाब दे विच पहुंची होएगी, क्योंकि कोरोना तो जो प्रभावित होए सरकार कह रही सी कि असीं उन्हां नूं फतेह किट मुहैया करवावांगे। करीब 20-25 चीज़ां उस दे विच हुंदियां सी या हुण भी हुंदियां ने, वो चाहे ऑक्सीमीटर होवे, थर्मामीटर होवे या होर जिहड़ियां दवाइयां कोरोना काल दे दौरान सानूं लैणियां पै रहीआं सी, जिन्हां नूं कोरोना होया वो फतेह किट दा हिस्सा सी। दो तस्वीरां, ਇਹ ਪੂਰਾ ਬਵਾਲ ਇਸ ਸਮੇਂ ਹੈ ਕਿਉਂਕਿ ਇਸ ਵਿਚਾਲੇ ਧਰਨੇ ਪ੍ਰਦਰਸ਼ਨ ਹੁੰਦੇ ਨੇ। ਧਰਨੇ ਪ੍ਰਦਰਸ਼ਨਾਂ ਦੇ ਵਿਚਾਲੇ ਜਿਹੜੇ ਮਾਮਲੇ ਵੀ ਦਰਜ ਹੋਣ ਤੱਕ ਗੱਲ ਪਹੁੰਚੀ ਹੈ। ਇਸ ਵਿਚਾਲੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਪੂਰਾ ਮਾਮਲਾ ਲੋਕਾਯੁਕਤ ਕੋਲ ਲੈ ਕੇ ਜਾ ਰਹੇ ਹਾਂ ਅਸੀਂ। ਤੇ ਸਵਾਲ ਇਹ ਹੈ ਜੋ ਜ਼ਿਕਰ ਪਹਿਲਾਂ ਕੀਤਾ ਕਿ ਵਾਕਈ ਹੀ ਕੋਈ ਗੜਬੜੀ ਹੋਈ ਹੈ, ਵਾਕਈ ਹੀ ਕੋਈ ਘੁਟਾਲਾ ਹੋਇਆ ਇਸ ਫਤਿਹ ਕਿਟ ਦੇ ਵਿੱਚ। ਇਸ ਦੇ ਉੱਤੇ ਅੱਜ ਗੱਲ ਹੋਏਗੀ, ਪਰ ਸੁਣਵਾਉਂਦੇ ਹਾਂ ਤੁਹਾਨੂੰ ਕੀ ਕੁਝ ਕਹਿ ਰਹੇ ਨੇ ਵਿਰੋਧ। ਕੰਪਨੀ ਜਿਹਨੂੰ ਇਹ ਟੈਂਡਰ ਦਿੱਤਾ ਗਿਆ ਉਹਦੀ ਕਿਸੇ ਥਾਂ ਤੇ ਕੋਈ ਰਜਿਸਟ੍ਰੇਸ਼ਨ ਨਹੀਂ, ਉਹਦਾ ਮੈਡੀਕਲ ਇਕਵਿਪਮੈਂਟ ਬਣਾਉਣ ਦਾ ਕੋਈ ਟਰੈਕ ਨਹੀਂ। ਕੰਪਨੀ ਦਾ ਨਾਂ ਤੁਸੀਂ ਵੇਖ ਸਕਦੇ ਹੋ, ਗ੍ਰੈਂਡ ਵੇ ਇਨਕਾਰਪੋਰੇਟਡ, ਮੈਨੂਫੈਕਚਰਰਸ ਐਂਡ ਐਕਸਪੋਰਟਰਸ ਆਫ ਹਾਈ ਕੁਆਲਿਟੀ ਗਾਰਮੈਂਟਸ ਐਂਡ ਫੈਬਰਿਕਸ। ਇੱਕ ਕੱਪੜੇ ਬਣਾਉਣ ਵਾਲੀ ਮਸ਼ੀਨ, ਇੱਕ ਕੰਪਨੀ ਜਿਹਦਾ ਸੁਣਨ ਚ ਆ ਰਿਹਾ ਕਿ ਕੈਪਟਨ ਸਾਹਿਬ ਦੇ ਨਾਲ ਬਹੁਤ ਨਜ਼ਦੀਕੀ ਹੈ, ਉਸ ਕੰਪਨੀ ਨੂੰ ਇਹ ਸਾਰੀ ਫਤਿਹ ਕਿਟ ਸਪਲਾਈ ਕਰਨ ਦਾ ਠੇਕਾ ਉਹ ਵੀ 500 ਰੁਪਏ ਵਧਾ ਕੇ ਠੇਕਾ ਦੇ ਦਿੱਤਾ ਗਿਆ। ਤੇ ਜੋ ਕਹਾਵਤ ਹੈ ਅੰਡਾ ਵੰਡੇ ਰੇਵੜੀਆਂ ਮੁਰਮੁਰ ਘਰਦਿਆਂ ਨੂੰ ਦੇਵੇ, ਉਹ ਵਾਰ-ਵਾਰ ਇੱਥੇ ਸਾਰਥਕ ਹੁੰਦੀ ਹੈ। ਤੇ ਕਰਪਸ਼ਨ ਤੇ ਕਾਂਗਰਸ ਦਾ ਜੋ ਨਾਤਾ ਹੈਗਾ ਹਰ ਦਿਨ ਹੋਰ ਗੂੜਾ ਹੁੰਦਾ ਜਾ ਰਿਹਾ ਹੈ। ਅਸੀਂ ਮੰਗ ਕੀਤੀ ਹੈ ਪੰਜਾਬ ਦਾ ਜੋ ਲੋਕਾਯੁਕਤ ਹੈ ਉਸ ਤੋਂ ਵੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਉਹਦੇ ਅੰਜਾਮ ਤੱਕ ਪਹੁੰਚਾਇਆ ਜਾਵੇ, ਕਿਉਂਕਿ ਇਸ ਪੰਜਾਬ ਸਰਕਾਰ ਨੇ, ਇਹਦੇ ਮੁੱਖ ਮੰਤਰੀ ਨੇ, ਇਹਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਜਨਤਾ ਦੇ ਨਾਲ ਖਿਲਵਾੜ ਕੀਤਾ। ਜਿਹੜਾ ਸਰਕਾਰ ਵੱਲੋਂ ਪੈਸਾ ਜਾਂਦਾ ਹੈ ਉਹ ਤੁਹਾਡੇ ਮੇਰੇ ਵਰਗੇ ਦਿੱਤੇ ਟੈਕਸਾਂ ਤੇ ਜਾਂਦਾ ਹੈ, ਉਸ ਨੂੰ ਕਿਸ ਤਰੀਕੇ ਨਾਲ ਆਪਣੀ ਜੇਬ 'ਚ ਪਾਣਾ ਹੈ, ਇਹ ਸਾਰਾ ਜ਼ਰੀਆ ਤੁਹਾਡੇ ਸਾਹਮਣੇ ਅਸੀਂ ਰੱਖਿਆ। ਔਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਿਰਫ 34 ਦਿਨਾਂ ਦੇ ਵਿੱਚ 3 ਟੈਂਡਰ ਕਰਨ ਦੀ ਕੀ ਲੋੜ ਪੈ ਗਈ। ਇਸ ਗੱਲ ਤੋਂ ਸਿੱਧਾ ਸਾਬਿਤ ਹੁੰਦਾ ਹੈ ਕਿ ਸਿਰਫ ਪੈਸੇ, ਹਿੱਸੇਦਾਰੀ, ਇਹ ਸਾਰੇ ਸਿਸਟਮ ਦੇ ਵਿੱਚ ਇਹ 3 ਟੈਂਡਰ ਸਿਰਫ 1 ਮਹੀਨੇ ਦੇ ਵਿੱਚ ਕੀਤੇ ਗਏ। और किस तरीके नाल 837 तो उठ के 1338 रुपए, यानी कि ये नाटकबाजी कर रहे हैं। इनके पास ना कुछ कहने को है ना कुछ करने को है, और बेतुकी बातें करते हैं, ऐसे मुद्दे उछालते हैं जिसकी कोई प्राथमिकता नहीं है, जिनका कोई मकसद नहीं है।
और वो कह रहे हैं कि यहाँ पे ये जो किट है उसके रेट बढ़ा दिए गए। भैया ये नरेंद्र मोदी की सरकार के खिलाफ अब क्यों नहीं प्रदर्शन कर रहे? यहाँ इंजेक्शनों के रेट बढ़ाए गए, इलाज के रेट बढ़ाए गए, काला बाजारी पूरे देश में हुई, पूरे देश को लूटा गया। आप यहाँ पे बात करते हो कि भैया अप्रैल में आप कह रहे हो कि जो 800 रुपए 900 रुपए की किट थी वो 1200 रुपए की कैसे हो गई? ये बात नरेंद्र मोदी से जाकर पूछो कि मेडिसिन के रेट उन्होंने कितने बढ़ाए है। जो ऑक्सीमीटर जो 200-300 रुपए में मिलता था वो ऑक्सीमीटर 800-800 रुपए में मिलने लगा, और ये मेडिसिन के रेट बढ़ाए गए। और यहां तक बात है कि उसमें किसी तरह की बेनियमी हुई है तो हाई कोर्ट के पास ये संज्ञान लिया हुआ है, हाई कोर्ट के पास केस है, हाई कोर्ट इसको देख रही है और झूठ और सच सामने आएगा। आप नाटक करना बंद करो। भैया जड़े मर्जी युक्त को चिट्ठी लिख लें, मुझे लगता है कि वो युक्त को लिखे, संयुक्त को लिखे, इसमें क्या फर्क पड़ता है कि लोकायुक्त ने क्या करना है? भैया पहली बात तो ये है, कहते हैं कि वैक्सीन जो है वो महंगे भाव में बेची गई। भैया क्या किसी की पॉकेट में पैसा आ गया? आप नरेंद्र मोदी से सवाल क्यों नहीं करते कि जो 150 रुपए में वैक्सीन खरीदी है उन्होंने, हमें 400 रुपए में क्यों बेची उन्होंने? अगर वो प्राइवेट हॉस्पिटल में गलती से दी भी गई है तो वो पैसा किसी की पॉकेट में नहीं बल्कि सरकारी खजाने में आया है, और वो स्कीम को बंद कर दिया गया है। और इसमें घपला कहां से हुआ? स्कैंडल किसने किया? अगर स्कैंडल किया गया है तो ये मुनाफाखोर केंद्र सरकार है, केंद्र सरकार है। ਤਾਂ ਪੰਜਾਬ ਸਰਕਾਰ ਦੇ ਆਪਣੇ ਤਰਕ ਨੇ। ਰਾਜਕੁਮਾਰ ਵੇਰਕਾ ਨੂੰ ਤੁਸੀਂ ਸੁਣ ਰਹੇ ਸੀ, ਉਹ ਕੇਂਦਰ ਦੇ ਵੱਲ ਉਂਗਲ ਚੁੱਕ ਰਹੇ ਨੇ ਕਿ ਕੇਂਦਰ ਸਰਕਾਰ ਨੂੰ ਜਾ ਕੇ ਪੁੱਛੋ ਕਿ ਰੇਟ ਕਿਉਂ ਵਧਾਏ ਗਏ। ਇਸ ਦੇ ਉੱਤੇ ਗੱਲਬਾਤ ਕਰਾਂਗੇ, ਪੂਰੇ ਮਾਮਲੇ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਇਸ ਕਰਕੇ ਵੀ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਜੇਕਰ ਇੱਕ ਟੈਂਡਰ ਕਰ ਦਿੱਤਾ ਗਿਆ ਤਾਂ ਫਿਰ ਦੂਜਾ ਟੈਂਡਰ ਕਿਉਂ, ਤੀਜਾ ਟੈਂਡਰ ਕਿਉਂ? ਇਸ ਕਰਕੇ ਸਵਾਲ ਉੱਠ ਰਹੇ ਨੇ। ਹੁਣ ਦੂਜੇ ਤੀਜੇ ਟੈਂਡਰ ਦੇ ਵਿੱਚ ਘੱਟ ਪ੍ਰੋਬਲਮ ਹੈ। ਦਿੱਕਤ ਇਸ ਕਰਕੇ ਹੈ ਕਿ ਜਿਹੜੀ ਚੀਜ਼ 826 837 ਰੁਪਏ ਦੀ ਸ਼ਾਇਦ ਮਿਲ ਸਕਦੀ ਸੀ, 840 ਦੇ ਕਰੀਬ ਮਿਲ ਸਕਦੀ ਸੀ, ਉਹ ਚੀਜ਼ ਅਸੀਂ 1300-1350 ਰੁਪਏ ਦੀ ਕਿਉਂ ਖਰੀਦੀ ਹੈ? ਪੰਜਾਬ ਸਰਕਾਰ ਕੋਲ ਕੀ ਵਾਧੂ ਪੈਸਾ ਨਹੀਂ ਹੈ ਨਾ? ਪੰਜਾਬ ਸਰਕਾਰ ਦੇ ਕੋਲ पैसा तो इस तरीके नाल नहीं है कि किसी को लुटा दिता जाए, तो फिर 840 वाली चीज असी 1300 रुपए की क्यों खरीदी या क्यों असी टेंडर के उत्ते मोहर लगाई? इस दे उत्ते अज गलबात होएगी। तारुफ करवाने मेहमानों के नाल जिहड़े साडे नाल जुड़ रहे हैं, इस चर्चा दे विच शामिल होणगे। साडे नाल प्रिंस खुल्लर जी जुड़ रहे हैं जो कि कांग्रेस नूं रिप्रेजेंट करनगे। साडे नाल अमरदीप सिंह धारनी जी जुड़ रहे हैं, श्रोमणी अकाली दल नूं रिप्रेजेंट करनगे। कुछ ही पलां दे विच साडे नाल बीजेपी अते आम आदमी पार्टी के नुमाइंदे भी जुड़ेंगे। मेरे सहयोगी उमेश शर्मा भी साडे नाल फोन लाइन ते। मैं उमेश तुहाडे कोल आऊंगा, पहला एक बारी पॉलिटिकल रिएक्शन असीं लै लईए। शुरुआत अकाली दल तो। धारनी साहब कित्थे प्रॉब्लम तुहानूं नजर आ रही है? देखो बाजारां दे विच खबरां आम सी जदों पूरा कोरोना अपने पीक दे उत्ते सी कि ਜਿਹੜਾ ਆਕਸੀਮੀਟਰ 300 ਵਾਲਾ ਹੈ 500 ਵਾਲਾ ਉਹ 1500 ਦਾ ਵਿਕ ਰਿਹਾ ਹੈ। ਜੇ ਹੁਣ 1500 ਦਾ ਆਕਸੀਮੀਟਰ ਹੀ ਵਿਕ ਰਿਹਾ ਸੀ, ਸਾਨੂੰ 1350 ਦੀ ਕਿੱਟ ਮਿਲ ਰਹੀ ਸੀ, ਤੇ ਫਿਰ ਦਿੱਕਤ ਕੀ ਹੈ? ਤੁਹਾਨੂੰ ਕਿਉਂ ਨਜ਼ਰ ਆਉਂਦਾ ਹੈ ਕਿ ਇਸ ਪੂਰੇ ਜਿਹੜੀ ਫਤਿਹ ਕਿੱਟ ਹੈ ਉਸ ਦੇ ਵਿੱਚ ਕੋਈ ਪ੍ਰੋਬਲਮ ਹੋਈ ਹੈ, ਕੋਈ ਗੜਬੜੀ ਹੋਈ ਹੈ, ਕੋਈ ਘੁਟਾਲਾ ਹੋਇਆ? ਕੱਲੀ ਦੇਖੋ ਇਹਦੇ ਵਿੱਚ ਨਹੀਂ ਆਪਣਾ ਅਰਮ ਜੀ, ਮੈਂ ਇੱਕੋ ਗੱਲ ਦੱਸਣੀ ਚਾਹੁੰਦਾ ਹੈ। ਇੱਕ ਕਮਰਾ ਕੱਲਾ ਜਿਹੜਾ ਸਿਹਤ ਵਿਭਾਗ ਹੈਗਾ ਉਹਦੇ ਵਿੱਚ ਕਿੰਨੀਆਂ ਗੜਬੜੀਆਂ ਹੋਈਆਂ ਇਹ स्टूडियो हाँ एक नंबर ਧਾਰਨੀ ਤੁਹਾਡੀ ਆਵਾਜ਼ ਥੋੜੀ ਬ੍ਰੇਕ ਹੋ ਰਹੀ ਹੈ। ਕੰਪਲੀਟ, ਹਾਂਜੀ ਤੁਸੀਂ ਕੰਪਲੀਟ ਕਰ ਲਓ। ਥੋੜੀ ਆਵਾਜ਼ ਤੁਹਾਡੀ ਘੱਟ ਆ ਰਹੀ ਹੈ ਪਰ ਹੋਪਫੁਲੀ ਨੈਟਵਰਕ ਠੀਕ ਹੋਏ। ਮੈਂ ਇੱਕੋ ਬੇਨਤੀ ਕਰਦਾ ਕਿ ਇਹੀ ਇੱਕ ਮਹਿਕਮਾ ਜਿਸ ਦੇ ਉੱਤੇ ਜੋ ਸਾਡੀ ਮੁੱਢਲੀ ਜ਼ਰੂਰਤ ਹੈਗੀ ਹੈ, ਇਸ ਮਹਿਕਮੇ ਤੇ ਹੀ ਕੁਐਸਚਨ ਜਿਹੜੇ ਹੈਗੇ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਉਂ ਉੱਠ ਰਹੇ ਹੈਗੇ ਆ। ਪਹਿਲਾਂ ਜੇ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਇਸ ਦੇ ਵਿੱਚ ਘੁਟਾਲਾ ਉੱਠਿਆ ਨਸ਼ਾ ਛਡਾਊ ਕੇਂਦਰ ਦੀਆਂ ਗੋਲੀਆਂ ਨੂੰ ਵੇਚਣ ਬਾਰੇ। ਉਸ ਤੋਂ ਬਾਅਦ ਦੇਖੋ ਪੰਜਾਬ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਇੱਕੋ ਜਿਹੇ ਮੁਨਾਫਾਖੋਰ ਲੋਕ ਹੈਗੇ ਆ। ਇਹ ਜਿਵੇਂ ਹਿੰਦੂ ਮਿਥੋਲੋਜੀ ਦੇ ਵਿੱਚ ਇੱਕ ਕਹਾਣੀ ਸੁਣਦੇ ਹੁੰਦੇ ਸੀ ਨਾ ਕਿ ਇੱਕ ਰਾਜੇ ਨੇ ਕਿਸੇ ਨੇ ਦੁਸ਼ਟ ਨੇ ਕਿਸੇ ਨੂੰ ਕਹਿਤਾ ਆਪਣੇ ਪੈਰੋਕਾਰ ਨੂੰ ਭਈ ਜਿਹੜਾ ਵੀ ਕਿਸੇ ਦੀ ਲਾਸ਼ ਆਵੇ ਉਸ ਦੇ ਉੱਤੋਂ ਅੱਧਾ ਕਫਨ ਜਿਹੜਾ ਕੱਟ ਕੇ ਲੈ ਕੇ ਆਉਣਾ। ਦੇਖੋ 150 ਰੁਪਏ ਦੀ ਉਹਨਾਂ ਨੇ ਜਿਹੜੀ ਹੈਗੀ ਆ ਇਹਨਾਂ ਨੂੰ ਭੇਜੀ, ਇਹਨਾਂ ਨੇ ਮੁੜ ਕੇ ਜਿਹੜੀ ਹੈਗੀ ਆ 400 ਦੀ ਸੈਂਟਰ ਨੇ 400 ਦੀ ਇਹਨਾਂ ਨੂੰ ਵੇਚੀ 3 ਗੁਣਾ, ਔਰ 400 ਵਾਲੀ ਇਹਨਾਂ ਨੇ 1060 ਰੁਪਏ ਦੀ ਵੇਚੀ
2.5-3 ਗੁਣਾ। ਉਸ ਤੋਂ ਬਾਅਦ ਜਿਹੜਾ ਹੈਗਾ ਉਹ ਲੋਕ ਜਿਹੜੇ ਕਾਰਪੋਰੇਟਾਂ ਦੇ ਜਿਹੜੇ ਹਸਪੀਟਲ ਹੈਗੇ ਆ ਉਸ ਨੇ ਇਸ ਨੂੰ ਜਿਹੜਾ ਹੈਗਾ ਸੀ 1560 ਰੁਪਏ ਦੇ ਵਿੱਚ ਵੇਚਿਆ। ਤੁਸੀਂ ਇਹ ਦੇਖੋ ਕਿ ਗਰੀਬ ਆਦਮੀ ਜਿਹੜਾ ਹੈਗਾ ਉਸ ਦੀ ਲੁੱਟ ਕਿੰਨੇ % ਹੋਈ। 150% 150 ਰੁਪਏ ਦੀ ਲੈ ਕੇ 1560 ਰੁਪਏ ਦੀ ਇੱਕ ਚੀਜ਼ ਵੇਚਣਾ। ਤੁਸੀਂ ਔਰ ਦੂਜੀ ਗੱਲ ਅਗਲੀ ਜਿਹੜੀ ਫਤਿਹ ਕਿੱਟ ਦੀ ਗੱਲ ਹੈਗੀ ਹੈ, ਸ਼੍ਰੋਮਣੀ ਅਕਾਲੀ ਦਲ ਇਹ ਦੋਵੇਂ ਮੁੱਦਿਆਂ ਨੂੰ ਅੱਜ ਲੋਕਾਂ ਦੇ ਸਾਹਮਣੇ ਲਿਆ ਰਿਹਾ ਹੈਗਾ ਕਿ ਅੱਜ ਕੱਫੜ ਜਿਹੜਾ ਹੈਗਾ ਕੱਟ ਕੇ ਇਹ ਜਿਹੜਾ ਹੈਗਾ ਲੋਕਾਂ ਦਾ ਵੇਚ ਰਹੇ ਹੈਗੇ ਆ ਔਰ ਲੋਕ ਮਰ ਰਹੇ ਹੈਗੇ ਆ, ਇਹ ਉਹਦੇ ਚ ਮੁਨਾਫਾ ਕਮਾ ਰਹੇ ਆ। ਔਰ ਦੇਖੋ ਜੇ ਸਿਹਤ ਮੰਤਰੀ ਦਾ ਬਿਆਨ ਆਉਂਦਾ, ਸਿਹਤ ਮੰਤਰੀ ਦਾ ਬਿਆਨ ਇਹ ਆਉਂਦਾ ਕਿ ਸਾਡੀ ਸਰਕਾਰ ਕੋਲ ਪੈਸੇ ਘੱਟ ਹੈ, ਜੇ ਸਰਕਾਰ ਨੇ ਕੁਝ ਪੈਸੇ ਇਕੱਠੇ ਕਰ ਲਏ ਤਾਂ ਇਹਦੇ ਚ ਕੀ ਗੁਨਾਹ ਹੋ ਗਿਆ। ਔਰ ਦੂਜੀ ਗੱਲ, ਔਰ ਇਹ ਸਿਹਤ ਮੰਤਰੀ ਸਾਹਿਬ ਇਹ ਕਹਿ ਰਹੇ ਆ ਕਿ ਜੀ ਸੈਕਟਰੀ ਲੈਵਲ ਤੇ ਸਾਰਾ ਕੁਝ ਹੋ ਗਿਆ, ਮੈਨੂੰ ਕੁਝ ਨਹੀਂ ਹੋਇਆ, ਮੈਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਪਤਾ। ਚਲੋ ਮੈਂ ਤੁਹਾਡੇ ਕੋਲ ਵਾਪਸ ਆਉਂਗਾ ਤਾਂ ਸਭ ਗੌਰਵ ਜੀ 1 ਸੈਕਿੰਡ ਜੀ ਕਰ ਲਓ, ਕੰਪਲੀਟ ਕਰ ਲਓ। ਕਿ ਜੇ ਕੋਈ ਵੀ ਕ੍ਰਾਈਮ ਕਮਿਟ ਹੋਇਆ that should be investigated through the investigating agency ਔਰ ਜਿਹੜਾ ਹੈਗਾ FIR ਦਰਜ ਹੋ ਕੇ ਉਹਦਾ ਜਿਹੜਾ ਹੈਗਾ ਘੁਟਾਲੇ ਦੀ, ਮੈਂ ਕਹਿੰਦਾ ਅੱਜ ਹਾਈ ਕੋਰਟ ਦੇ ਵਿੱਚ ਵੀ ਇਸ ਗੱਲ ਦਾ ਸੰਗਿਆਨ ਲੈ ਲਿਆ ਗਿਆ ਹੈਗਾ, ਇਹ ਜਿਹੜੀਆਂ ਕਿਟਾਂ ਦਾ ਮਾਮਲਾ ਹੈਗਾ। ਸੋ ਇਸ ਕਰਕੇ ਜਿਹੜਾ ਹੈਗਾ ਇਸ ਜਿਹੜੀ ਮੰਤਰੀ ਸਾਹਿਬ ਨੂੰ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਅਸਤੀਫਾ ਦੇਣਾ ਚਾਹੀਦਾ। ਚਲੋ ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਮੈਂ ਹਾਈ ਕੋਰਟ ਵਾਲੇ ਇਸ਼ੂ ਦੇ ਉੱਤੇ ਵੀ ਜਾਣਾ ਚਾਹੁੰਦਾ, ਤੁਸੀਂ ਵੀ ਧਾਰਨੀ ਸਾਹਿਬ ਜ਼ਿਕਰ ਕਰ ਦਿੱਤਾ, ਤੁਸੀਂ ਖੁਦ ਸੀਨੀਅਰ ਵਕੀਲ ਹੋ। ਪ੍ਰਿੰਸ ਖੁੱਲਰ ਜੀ, ਇੱਕ ਸਟੇਟਮੈਂਟ ਪਹਿਲਾਂ ਤੁਹਾਡੀ, ਫਤਿਹ ਕਿੱਟ ਦੇ ਵਿੱਚ ਗੜਬੜੀ ਹੋਈ ਹੈ ਕਿ ਨਹੀਂ? ਸਰਕਾਰ ਨੂੰ ਕਿਸੇ ਪੁਆਇੰਟ ਤੇ ਨਜ਼ਰ ਆਉਂਦਾ ਹੈ ਕਿ ਨਹੀਂ? ਤੁਸੀਂ ਜਾਂਚ ਕਰਵਾਉਣ ਜਾ ਰਹੇ ਹੋ ਕਿ ਨਹੀਂ? 840 ਵਾਲੀ 1326 ਦੀ ਖਰੀਦੀ ਹੈ ਕਿ ਨਹੀਂ? ਬਿਲਕੁਲ ਗੌਰਵ ਜੀ, ਗੱਲ ਇਹ ਆ ਕਿ ਕੋਈ ਵੀ ਕਪਲਾ ਜਾਂ ਕੋਈ ਘਟਾਲਾ ਨਹੀਂ ਹੋਇਆ। ਜਿਹੜੀ ਫਤਿਹ ਕਿਟਸ ਦੀ ਗੱਲ ਹੈ, ਮਾਨਯੋਗ ਹਾਈ ਕੋਰਟ 'ਚ ਵੀ ਇਹ ਚੱਲ ਰਿਹਾ ਵਾ। ਜੋ ਹੈਗਾ ਸਪਸ਼ਟੀਕਰਨ ਸਰਕਾਰ ਵੱਲੋਂ ਦਿੱਤਾ ਜਾਏਗਾ, ਤੁਹਾਨੂੰ ਵੀ ਦਿੱਤਾ ਜਾਏਗਾ। ਜਿਹੜੇ ਰੌਲਾ ਪਾਉਂਦੇ ਆ, ਰੌਲਾ ਤੇ ਇਹਨਾਂ ਨੂੰ ਉਦੋਂ ਪਾਉਣਾ ਚਾਹੀਦਾ ਸੀ ਜਦੋਂ ਲੋਕ ਸੜਕਾਂ ਤੇ ਮਰ ਰਹੇ ਸੀ, ਸੈਂਟਰ ਗਵਰਨਮੈਂਟ ਦੇ ਬਲੈਕ ਖੋਰੀ ਕਰ ਰਹੀ ਸੀ, ਇੰਜੈਕਸ਼ਨ ਨਹੀਂ ਸੀ ਮਿਲ ਰਹੇ, ਆਕਸੀਜਨ, ਉਦੋਂ ਤੇ ਘਰ 'ਚ ਬੈਠੇ ਸੀ। ਅੱਜ ਇਹ SGPC ਕੰਮ ਕਰ ਰਹੀ ਆ ਤੇ ਉਹਦਾ ਸਿਹਰਾ ਸ਼੍ਰੋਮਣੀ ਅਕਾਲੀ ਦਲ ਆਪਣੇ ਨਾਂ ਤੇ ਬਣੀ ਜਾਂਦਾ। ਇਹਨਾਂ ਦਾ ਬੇਤੁਕੀਆਂ ਗੱਲਾਂ ਕਰਦੇ ਆ ਇਹ। ਦੇਖੋ ਅੱਜ ਵੀ ਮੁੱਦਾ ਆਪਣਾ ਫਤਿਹ ਕਿੱਟ ਦਾ, ਪਿਛਲੀਆਂ ਗੱਲਾਂ ਨਸ਼ੇ ਦੀਆਂ ਗੋਲੀਆਂ ਨੂੰ ਉਹਦੇ ਗੱਲਾਂ ਨਾਲ ਰਿਲੇਟ ਕਰੀ ਜਾਂਦੇ ਆ। ਸੋ ਗੱਲ ਇਹ ਆ ਗੌਰਵ ਜੀ ਕਿ ਜਿਹੜਾ ਕੋਈ ਘਪਲਾ ਨਹੀਂ ਹੋਇਆ, ਕੋਈ ਕੁਛ ਨਹੀਂ, ਉਹਦੀ ਬਕਾਇਦਾ ਜਾਂਚ ਦੇ CM ਸਾਹਿਬ ਨੇ ਹੁਕਮ ਦਿੱਤੇ ਆ, ਚੱਲ ਰਹੀ ਹੈ। ਜੇ ਕੋਈ ਉਹਦੇ 'ਚ ਕਲਪਰੇਟ ਪਾਇਆ ਜਾਊਗਾ ਉਹਦੇ ਤੇ ਪ੍ਰੋਪਰ ਐਕਸ਼ਨ ਹੋਊਗਾ। ਇਹਦੇ 'ਚ ਕੋਈ ਇਹ ਨਹੀਂ ਹੈਗਾ ਕਿ ਜੇ ਕੋਈ ਸਰਕਾਰ ਦਾ ਬੰਦਾ ਤੇ ਉਹ ਬਖਸ਼ ਦਿੱਤਾ ਜਾਏਗਾ। ਇਹਦਾ ਪੂਰਾ ਜਵਾਬ ਜਿਹੜਾ ਹੈਗਾ ਵਾ ਅਸੀਂ ਦਿਆਂਗੇ, ਮੀਡੀਆ 'ਚ ਵੀ ਭੇਜਾਂਗੇ ਰਿਪੋਰਟ, ਸਾਰਾ ਕੁਝ ਕੋਰਟ 'ਚ ਵੀ ਦਿਆਂਗੇ ਜੀ। ਠੀਕ ਹੈ, ਇਸ ਵਿੱਚ ਵਾਲੇ ਸਾਡੇ ਨਾਲ ਅਮਰਜੀਤ ਸੰਧੋਆ ਜੀ ਵੀ ਜੁੜ ਚੁੱਕੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ, ਸੀਨੀਅਰ ਲੀਡਰ ਨੇ, ਵਿਧਾਇਕ ਨੇ। ਖੁੱਲਰ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਪਹਿਲਾਂ ਮੈਂ ਸੰਧੋਆ ਸਾਹਿਬ ਦਾ ਰੁਖ ਕਰਦਾ। ਸੰਧੋਆ ਸਾਹਿਬ, ਆਮ ਆਦਮੀ ਪਾਰਟੀ ਕਿਉਂ ਇਸ ਪੂਰੇ ਮੁੱਦੇ ਨੂੰ ਲੈ ਕੇ, ਦੇਖੋ ਕਾਂਗਰਸ ਦੇ ਨੁਮਾਇੰਦੇ ਕਹਿ ਰਹੇ ਨੇ ਕਿ ਕੋਈ ਗੜਬੜੀ ਨਹੀਂ ਹੋਈ, ਐਵੇਂ ਬੇਤੁਕੀਆਂ ਗੱਲਾਂ ਨੇ, ਬੇਤੁਕੇ ਇਲਜ਼ਾਮ ਨੇ, ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਹੈ। ਜਦੋਂ ਲੋਕ ਮਰ ਰਹੇ ਸੀ ਉਦੋਂ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ ਯਾਦ ਨਹੀਂ ਆਇਆ ਕੁਝ। ਅੱਜ ਜਦੋਂ ਸਰਕਾਰ ਨੇ ਇਸ ਪੂਰੇ ਮਾਮਲੇ ਚੋਂ ਕੱਢ ਕੇ ਲਿਆਂਦਾ, ਕੋਵਿਡ ਚੋਂ ਕੱਢ ਕੇ ਲਿਆਂਦਾ, ਉਸ ਸਮੇਂ ਸਾਰਾ ਕੁਝ ਯਾਦ ਆਉਣ ਲੱਗ ਗਿਆ। ਦੇਖੋ ਜੀ, ਜੇ ਕਿਤੇ ਧੂਆਂ ਉੜਦਾ ਹੈ ਤਾਂ ਹੀ ਕੋਈ ਪ੍ਰੋਬਲਮ ਆਉਂਦੀ ਹੈ। ਧੂਆਂ ਉੜਦਾ ਹੈ ਤਾਂ ਹੀ ਕਿੱਟਾਂ ਦੇ ਵਿੱਚ ਹੋਈ ਹੈ ਜੀ ਹੇਰਾਫੇਰੀ, ਫੁੱਲ ਕਿੱਟਾਂ ਦੇ ਵਿੱਚ ਹੋਈ ਹੈ ਜੀ ਹੇਰਾਫੇਰੀ। ਕਿਤੇ ਇਹਨਾਂ ਨੇ 1200 ਹੋਈ ਹੈ ਜੀ ਹੇਰਾਫੇਰੀ, ਕਿਤੇ ਇਹਨਾਂ ਨੇ 1280 ਰੁਪਏ ਦੀ ਲੈ ਲਈ, 50,000 ਕਿੱਟ। ਮਤਲਬ ਅਲੱਗ-ਅਲੱਗ ਕੰਪਨੀ ਤੋਂ ਕਿੱਟਾਂ ਖਰੀਦੀਆਂ ਗਈਆਂ ਜਿੱਥੇ ਇਹਨਾਂ ਦਾ ਸੌਦਾ ਭਿੜਦਾ। ਕੁਝ ਇਦਾਂ ਦੀਆਂ ਕੰਪਨੀ ਦੇ ਵੀ ਇਹਨਾਂ ਨੇ ਕਿੱਟਾਂ ਖਰੀਦੀਆਂ ਜਿੱਥੇ ਕਿ ਉਹ ਹੈ ਨਹੀਂ, ਰਜਿਸਟਰਡ ਨਹੀਂ ਹੈਗੀਆਂ ਜੀ ਕੰਪਨੀਆਂ, ਠੀਕ ਹੈ ਜੀ। ਹਰ ਚੀਜ਼ ਵਿੱਚ ਘਟਾਲਾ ਕਰਿਆ ਸਿਹਤ ਮੰਤਰੀ ਸਾਹਿਬ ਨੇ, ਵੱਡਾ ਹੈ। ਆਮ ਮੈਂ ਨਹੀਂ ਕਹਿੰਦਾ, ਆਮ ਦੁਨੀਆ ਕਹਿੰਦੀ ਹੈ ਕਿ ਸਿਹਤ ਮੰਤਰੀ ਸਾਹਿਬ ਵੱਡੇ ਘਟਾਲੇਬਾਜ਼ ਹੈ, ਵੱਡਾ ਘਟਾਲਾ ਕਰਿਆ, ਬਹੁਤ ਬੜੀ ਗੱਲਾਂ ਲੋਕ ਕਰਦੇ ਹੈਗੀਆਂ ਹੈ, ਤਾਂ ਇਹ ਗੱਲਾਂ ਹੋ ਰਹੀਆਂ ਨਾ ਜੀ। ਸਾਡੀ ਪਾਰਟੀ ਨੇ ਸਹੀ ਮੁੱਦਾ ਚੁੱਕਿਆ ਹੈ ਕਿ ਤੁਸੀਂ ਬਾਕੀ ਦਾ ਜਿੱਥੇ ਮਰਜ਼ੀ ਘਟਾਲੇ ਕਰ ਲੈਂਦੇ, ਪਰ ਗੱਲ ਕਿਥੇ ਸਿਹਤ ਦੇ ਮਸਲੇ ਤੇ ਆ ਗਿਆ। ਤੁਸੀਂ ਲੋਕਾਂ ਦੇ ਅੱਜ ਲੋਕ ਮਰ ਰਹੇ ਆ, ਲੋਕਾਂ ਦੀ ਬੁਰੀ ਹਾਲਤ ਹੋ ਰਹੀ ਹੈ, ਤੁਸੀਂ ਸਿਹਤ ਦੇ ਪੈਸੇ ਕਮਾ ਰਹੇ ਹੋ। ਪੁਆਇੰਟ ਤੇ ਤੁਹਾਨੂੰ ਲੱਗ ਰਿਹਾ ਕਿ ਘਟਾਲਾ ਹੋਇਆ। ਆਪਾਂ ਫੈਕਟ ਦੇ ਉੱਤੇ ਗੱਲਬਾਤ ਕਰਨੀ, ਆਪਾਂ ਫੈਕਟ ਤੇ ਗੱਲਬਾਤ ਕਰੀਏ ਕਿ ਇੱਕ ਜਿਹੜੀਆਂ ਐਲੀਗੇਸ਼ਨਸ ਹੁੰਦੇ ਆ ਅਲੱਗ ਤਰੀਕੇ ਨਾਲ ਹੁੰਦੇ ਆ। ਤੁਸੀਂ ਫੈਕਟ ਦੱਸੋ, ਆਪਾਂ ਉਸ ਦਾ ਹੀ ਜਵਾਬ ਲਵਾਂਗੇ। ਉਹ ਲੋਕਾਂ ਤੱਕ ਵੀ ਪਹੁੰਚਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਨੂੰ ਕਿਹੜੇ ਪੁਆਇੰਟ ਤੇ ਲੱਗਦਾ ਹੈ ਕਿ ਘੁਟਾਲਾ ਹੋਇਆ ਫਤਿਹ ਕਿੱਟ ਦੇ ਵਿੱਚ। ਸਰ ਪਹਿਲਾਂ ਸਟਾਰਟਿੰਗ 750 ਦੀ 800 ਦੀ ਫਤਿਹ ਕਿੱਟ ਖਰੀਦਣ ਲੱਗੇ, ਹੁਣ 1250 ਤੇ ਕਿਤੇ 1300 ਤੇ, ਹਰ ਜਗ੍ਹਾ ਰੇਟ ਵਧ ਰਹੇ ਹੈ।
ਠੀਕ ਹੈ ਨਾ, ਰੇਟ ਪਤਾ ਇੱਕ ਜੀ। ਮੈਂ ਕਹਿੰਦਾ ਸਰਕਾਰ ਟੈਂਡਰ ਪਾਉਂਦੀ, ਇੱਕ ਕੰਪਨੀ ਤੋਂ ਫਤਿਹ ਕਿੱਟਾਂ ਖਰੀਦਦੀ ਹੈ, ਠੀਕ ਹੈ ਜੀ। ਜਿੱਥੇ ਇਹਨਾਂ ਦਾ ਮਨ ਘੜਤ ਹੁੰਦਾ ਤਾਂ ਮੰਤਰੀ ਦਾ ਕੋਈ ਬੰਦਾ ਆਉਂਦਾ, ਉੱਥੇ ਕਿਸੇ ਨੂੰ 50,000 ਦਾ ਆਰਡਰ ਦੇਤਾ, ਕਿਸੇ ਨੂੰ 80,000 ਦਾ ਦੇਤਾ, ਕਿਸੇ ਨੂੰ ਲੱਖ ਦਾ ਦੇਤਾ। ਇੱਕ ਕੰਪਨੀ ਤੇ ਲੈਂਦੇ ਆ, ਪੂਰੇ ਲੋਕਾਂ ਨੂੰ ਵਿੱਚ ਬਣਾਉਂਦੇ, ਟੈਂਡਰ ਪਾਓ ਭਾਈ ਜੀ, ਨਾ ਕਿੱਟਾਂ ਲੈਣੀਆਂ ਘੱਟ ਰੇਟ ਤੇ। ਇਹਨਾਂ ਨੇ ਤੇ ਮਨ ਮਰਜ਼ੀ ਦੇ ਰੇਟਾਂ ਦੇ ਕਿੱਟਾਂ ਦਿੱਤੀਆਂ ਜੀ। ਠੀਕ ਹੈ, ਤੁਹਾਡਾ ਇਹ ਪੁਆਇੰਟ ਆ ਗਿਆ। ਅਨਿਲ ਸਰੀਨ ਸਾਹਿਬ ਸਾਡੇ ਨਾਲ ਹੈਗੇ ਨੇ, ਬੀਜੇਪੀ ਤੋਂ ਜੁੜੇ ਹੋਏ। ਸਰੀਨ ਸਾਹਿਬ ਬਹੁਤ ਬਹੁਤ ਸਵਾਗਤ ਹੈ। ਮੈਂ ਇੱਕ ਵਾਰ ਮੈਂ ਸਰੀਨ ਸਾਹਿਬ ਤੁਹਾਡੇ ਕੋਲ ਆਉਣਾ, ਪਰ ਖੁੱਲਰ ਜੀ ਇੱਕ ਰਿਐਕਸ਼ਨ ਦੇ ਦਿਓ ਕਿ ਜਦੋਂ ਇੱਕ ਕਿੱਟ 840 ਰੁਪਏ ਦੀ ਸਾਨੂੰ ਮਿਲ ਰਹੀ ਹੈ, ਅਸੀਂ 1326 ਰੁਪਏ ਦੀ ਕਿਉਂ ਖਰੀਦੀ? ਆਮ ਆਦਮੀ ਪਾਰਟੀ ਕਹਿੰਦੀ ਘੁਟਾਲਾ ਹੋਇਆ, ਇਹੀ ਕਪਲ ਹੈ। ਗੱਲ ਇਹ ਹੈ ਗੌਰਵ ਜੀ, ਇਹਨਾਂ ਨੂੰ ਕੋਈ ਤੱਤ ਪਤਾ ਨਹੀਂ ਹੈ, ਐਵੇਂ ਇਹ ਗੱਲਾਂ ਮਾਰੀ ਜਾਂਦੇ। ਜੋ ਦਿੱਲੀ ਇਹਨਾਂ ਦਾ ਹਾਲ ਹੋਇਆ, ਕੋਰਟ ਨੇ ਜੋ ਟਿੱਪਣੀਆਂ ਕੀਤੀਆਂ ਤੇ ਭੱਜ ਗਏ ਸੀਗੇ। ਨਹੀਂ ਸਰ, ਮੈਂ ਦਿੱਲੀ ਨਹੀਂ ਜਾਣਾ, ਆਪਾਂ ਪੰਜਾਬ ਰਹੀ। ਮੈਂ ਇੱਕ ਮਿੰਟ ਦੱਸਾਂ ਜੀ, ਤੁਸੀਂ ਦੱਸੋ ਨਾ ਸਰ ਜੀ, 1326 ਦੀ ਖਰੀਦੀ ਕਿ ਨਹੀਂ ਖਰੀਦੀ? ਕਿੱਟ ਖਰੀਦੀ 1326 ਦੀ ਕਿ ਨਹੀਂ? ਖਰੀਦੀ ਜੀ, ਖਰੀਦੀ। ਕੋਈ ਕਿਉਂ ਖਰੀਦੀ? ਕੋਈ ਲੋਕ ਜਾਣਨਾ ਚਾਹੁੰਦੇ ਕਿ 840 ਦੀ ਮਿਲਦੀ ਸੀ, 1326 ਦੀ ਕਿਉਂ? ਗੌਰਵ ਜੀ, ਉਹਦੇ ਪ੍ਰੋਪਰ ਅਸੀਂ ਹਾਈ ਕੋਰਟ 'ਚ ਮੈਟਰ ਹੈ, ਪ੍ਰੋਪਰ ਜਵਾਬ ਦੇਾਂਗੇ। ਤੁਸੀਂ ਦੇਖੋ, ਸੈਂਟਰਲ ਗਵਰਨਮੈਂਟ ਨੇ ਜਿਹੜੀਆਂ ਮੈਡੀਸਿਨ, ਈਵਨ ਕਿ ਆਕਸੀਮੀਟਰ, ਸਾਰਿਆਂ ਦੇ ਰੇਟ ਤੁਸੀਂ ਆਪ ਦੱਸੋ। ਹਰ ਜਗ੍ਹਾ ਹਾਈ ਕੋਰਟ ਤੋਂ ਜਾਣਾ ਸੀ। ਠੀਕ ਹੈ ਜੀ। ਦੂਜੀ ਜਗ੍ਹਾ ਉਹ ਗੱਲ ਸੁਣ ਲਓ ਜੀ, ਤੁਹਾਡੀ ਗੱਲ 'ਚ ਨਹੀਂ ਮੈਂ ਬੋਲਿਆ, ਪਹਿਲਾਂ ਗੱਲ ਸੁਣਨ ਦਾ ਮਾਦਾ ਰੱਖੀਦਾ ਹੁੰਦਾ। ਦੂਜੀ ਗੱਲ ਗੌਰਵ ਜੀ, ਜਿਹੜੀਆਂ ਇਹ ਆਪਦਾ ਮੈਂ ਅਫਸਰ ਵਾਲੀ ਸਰਕਾਰ ਹੈ ਸੈਂਟਰ ਦੀ, ਇਹਨਾਂ ਦੀ ਨੀਤੀਕਰਨ ਲਈ ਸਾਨੂੰ ਭੁਗਤਣਾ ਪਿਆ। ਕੋਈ ਕਿਤੇ ਘਪਲਾ ਨਹੀਂ ਹੋਇਆ, ਸੀ ਉਹਦੀ ਰਿਪੋਰਟ ਦੇਾਂਗੇ, ਆਪਾਂ ਵਾਈਟ ਪੇਪਰ ਦੇਾਂਗੇ ਉਹਦੇ ਤੇ। ਜੇ ਮੈਂ ਫੇਰ ਕਹਿ ਰਿਹਾ ਜੇ ਕਿਤੇ ਘਪਲਾ ਹੋਇਆ ਹੋਊਗਾ, ਨਹੀਂ ਮੈਂ ਹਾਈ ਕੋਰਟ ਨਹੀਂ ਸਰ, ਮੈਂ ਪੁਆਇੰਟ ਦੇ ਉੱਤੇ ਆਉਂਗਾ ਵਾਪਸ, ਕਿਉਂਕਿ ਗੱਲ ਪੁਆਇੰਟ ਦੇ ਉੱਤੇ ਹੋਣੀ ਚਾਹੀਦੀ ਹੈ, ਫੈਕਟ ਦੇ ਉੱਤੇ ਹੋਣੀ ਚਾਹੀਦੀ ਹੈ। ਹਾਈ ਕੋਰਟ ਦਾ ਜ਼ਿਕਰ ਕਰ ਰਹੇ ਹੋ। ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਸਾਡੇ ਨਾਲ ਨੇ। ਉਮੇਸ਼, ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਜੀ ਬਿਲਕੁਲ ਗੌਰਵ। ਉਮੇਸ਼, ਇਹ ਸਾਰੀ ਇਸ ਸਮੇਂ ਗੱਲ ਹੋ ਰਹੀ ਹੈ ਕਿ ਹਾਈ ਕੋਰਟ ਦੇ ਵਿੱਚ ਮਾਮਲਾ ਹੈ ਜੀ, ਜਾਂਚ ਹੋ ਰਹੀ ਹੈ, ਹਾਈ ਕੋਰਟ 'ਚ ਜਵਾਬ ਦੇਵਾਂਗੇ ਜੀ। ਤੁਸੀਂ ਹਾਈ ਕੋਰਟ ਕਵਰ ਕਰਦੇ ਹੋ, ਅਦਾਲਤ ਦਾ ਪੂਰਾ ਉੱਥੇ ਜਿਹੜੀ ਕਾਰਵਾਈ ਹੁੰਦੀ ਹੈ ਉਸ ਦੀ ਅਪਡੇਟ ਤੁਹਾਡੇ ਕੋਲ ਹੁੰਦੀ ਹੈ। ਦੱਸੋ, ਫਤਿਹ ਕਿੱਟ ਵਾਲੇ ਮਾਮਲੇ 'ਚ ਹਾਈ ਕੋਰਟ 'ਚ ਇਸ ਸਮੇਂ ਮਾਮਲੇ ਦਾ ਸਟੇਟਸ ਕੀ ਹੈ? ਗੌਰਵ, ਜਿੰਨੇ ਵੀ ਸਾਡੇ ਡਿਬੇਟ ਵਿੱਚ ਪਾਰਟਿਸਿਪੇਟ ਕਰ ਰਹੇ ਨੇ, ਜਿਹੜੇ ਵੀ ਪਾਰਟਿਸਿਪੈਂਟ ਨੇ, ਮੈਂ ਸਾਰਿਆਂ ਦੇ ਇਹੀ ਸੁਣ ਰਿਹਾ ਸੀਗਾ ਕਿ ਹਾਈ ਕੋਰਟ ਵਿੱਚ ਮਾਮਲਾ ਹੈ, ਹਾਈ ਕੋਰਟ ਵਿੱਚ ਮਾਮਲਾ ਹੈ ਜੀ। ਆਰਡਰ ਦੀ ਕਾਪੀ ਨਿਊਜ਼ 18 ਪਿਛਲੇ ਕਾਫੀ ਦਿਨਾਂ ਤੋਂ ਦੱਸ ਰਿਹਾ ਹੈ ਕਿ ਇਹ ਡਿਸਪੋਜ਼ਡ ਆਫ ਸਟੈਂਡ ਪਟੀਸ਼ਨ ਸਟੈਂਡ ਡਿਸਪੋਜ਼ਡ ਆਫ ਹੈ ਜੀ। ਡਿਸਪੋਜ਼ ਆਫ ਦਾ ਮਤਲਬ ਸਭ ਨੂੰ ਪਤਾ ਹੁੰਦਾ ਕਿ ਕੀ ਹੈ। ਯਾਚਿਕਾ ਜਿਹੜੀ ਪਟੀਸ਼ਨ ਸੀਗੀ ਉਹ ਤੇ ਨਿਪਟਾਰਾ ਹਾਈ ਕੋਰਟ ਨੇ ਕਰਤਾ ਸੀ, ਔਰ ਕਿਉਂ ਕਰਤਾ ਸੀ ਉਹ ਮੈਂ ਤੁਹਾਨੂੰ ਪੁਆਇੰਟ ਦੱਸਣਾ ਚਾਹੁੰਦਾ। ਔਰ ਜਿਹੜੇ ਸਾਰੇ ਆਪਣੇ ਡਿਬੇਟ ਵਿੱਚ ਹੁਣ ਬੈਠੇ ਨੇ ਉਹ ਵੀ ਸ਼ਾਇਦ ਕਰੈਕਟ ਹੋਣ, ਆਪਣੇ ਆਪ ਨੂੰ ਕਰਨ ਕਿ ਹਾਂ ਗੱਲ ਐਗਜ਼ੈਕਟ ਹੈ ਕੀ ਹੈ। ਹਾਈ ਕੋਰਟ ਵਿੱਚ ਜਦੋਂ ਪਟੀਸ਼ਨ ਆਈ, ਪਟੀਸ਼ਨ ਵਿੱਚ ਇਹ ਪ੍ਰੇਅਰ ਕੀਤੀ ਗਈ ਵੀ ਇਹ ਚੀਜ਼ ਹੈ ਹੋਇਆ ਜੀ, ਏਦਾਂ ਦੇ ਐਲੀਗੇਸ਼ਨ ਲੱਗੇ ਪਟੀਸ਼ਨ ਵਿੱਚ, ਤਾਂ ਪੰਜਾਬ ਸਰਕਾਰ ਦੇ ਜਿਹੜੇ ਸਰਕਾਰੀ ਵਕੀਲ ਹੁੰਦੇ ਨੇ, ਐਡੀਸ਼ਨਲ ਐਡਵੋਕੇਟ ਜਨਰਲ ਜਿਹੜੇ ਉੱਥੇ ਸੀਗੇ, ਸਰਕਾਰੀ ਵਕੀਲ ਯਾਨੀ ਕਿ, ਉਹਨਾਂ ਨੇ ਉੱਥੇ ਕਿਹਾ ਕਿ ਜੀ ਸਾਡੇ ਕੋਲੇ ਮੈਟਰ ਆਇਆ, ਅਸੀਂ ਇਹਦੀ ਜਾਂਚ ਕਰਾਂਗੇ। ਠੀਕ ਹੈ। ਤੇ ਜਿਹੜੀ ਇਹ ਪਟੀਸ਼ਨ ਸੀਗੀ, ਇਹਨੂੰ ਐਜ਼ ਏ ਰੀਪ੍ਰੈਜ਼ੈਂਟੇਸ਼ਨ ਅਸੀਂ ਲੈ ਰਹੇ ਹਾਂ, ਤੇ ਹਾਈ ਕੋਰਟ ਨੇ ਵੀ ਕਿਹਾ ਕਿ ਠੀਕ ਹੈ ਜੀ, ਤੁਸੀਂ ਇਹਨੂੰ ਦੇਖੋ, ਜੇ ਵੀ ਹੋਈ ਜਿੱਦਾਂ ਵੀ ਤੁਸੀਂ ਇਹਨੂੰ ਦੇਖੋਗੇ, ਮਾਮਲੇ ਨੂੰ ਜਾਂਚ ਆਪਣੀ ਕਰ ਸਕਦੇ ਹੋ। ਆਰਡਰ ਨਹੀਂ ਕੋਈ ਦਿੱਤਾ ਹਾਈ ਕੋਰਟ ਨੇ ਵੀ ਇਹਦੀ ਜਾਂਚ ਕਰੋ, ਇਹ ਡਿਸਪੋਜ਼ ਆਫ ਹੈ। ਜੇ ਪਟੀਸ਼ਨਰ ਨੂੰ ਲੱਗਦਾ ਹੈ ਕਿ ਉਹ ਜਾਂਚ ਤੋਂ ਸੰਤੁਸ਼ਟ ਨਹੀਂ ਹੈ ਤਾਂ ਪਟੀਸ਼ਨਰ ਕੋਲ ਇੱਕ ਰਾਈਟ ਹੁੰਦਾ ਹੈ ਗੌਰਵ, ਤੁਹਾਨੂੰ ਪਤਾ ਹੀ ਹੈ ਕਿ ਦੁਬਾਰਾ ਜਾ ਕੇ ਹਾਈ ਕੋਰਟ ਵੱਲ ਆਪਣੀ ਪਟੀਸ਼ਨ ਫਾਈਲ ਕਰ ਸਕਦਾ ਜੀ। ਦੇਖੋ ਜੀ, ਇਹਨਾਂ ਨੇ ਕਿਹਾ ਸੀਗਾ ਸਰਕਾਰ ਨੇ, ਕੋਈ ਦੁਬਾਰਾ ਪਟੀਸ਼ਨ ਲੈ ਕੇ ਗਿਆ ਹੋਵੇ ਜੀ? ਹਾਲੇ ਕੋਈ ਦੁਬਾਰਾ ਕੋਈ ਪਟੀਸ਼ਨ ਹਾਲੇ ਦਾਖਲ ਨਹੀਂ, ਕਿਉਂਕਿ 26/5 ਦਾ ਇਹ ਆਰਡਰ ਹਾਈ ਕੋਰਟ ਦਾ ਹੈਗਾ ਕਿ ਜਿਹਦੇ ਵਿੱਚ ਇਹ ਪਟੀਸ਼ਨ ਡਿਸਪੋਜ਼ ਆਫ ਹੈ। ਠੀਕ ਹੈ ਉਮੇਸ਼, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤੁਸੀਂ ਇਹ ਪੂਰੀ ਗੱਲ ਸਾਡੇ ਤੱਕ ਪਹੁੰਚਾਈ ਹੈ। ਮੈਂ ਇਸ ਪੂਰੇ ਮਾਮਲੇ ਤੇ ਆਉਂਗਾ, ਧਾਰਨੀ ਸਾਹਿਬ ਤੁਸੀਂ ਜ਼ਿਆਦਾ ਸਮਝਾ ਸਕੋਗੇ ਤੁਹਾਡੇ ਕੋਲ ਜੇ ਅਪਡੇਟ ਹੋਵੇ, ਪਰ ਪਹਿਲਾਂ ਮੈਂ ਸਰੀਨ ਸਾਹਿਬ ਦਾ ਰੁਖ ਕਰ ਲੈਣਾ। ਸਰੀਨ ਸਾਹਿਬ, ਦੇਖੋ, ਕਾਂਗਰਸ ਦੇ ਵਿਧਾਇਕ ਰਾਜਕੁਮਾਰ ਵੇਰਕਾ ਜੀ ਕਹਿੰਦੇ ਨੇ ਕਿ ਦਿੱਲੀ ਜਾ ਕੇ ਪੁੱਛੋ ਸਰਕਾਰ ਨੂੰ ਕਿ ਰੇਟ ਕਿਉਂ ਵਧਾ ਦਿੱਤੇ, ਦਿੱਲੀ ਜਾ ਕੇ ਪੁੱਛੋ ਕਿ 150 ਵਾਲੀ ਕਿਉਂ ਵੇਚੀ ਗਈ 400 ਰੁਪਏ ਦੇ ਵਿੱਚ ਵੈਕਸੀਨ, ਦਿੱਲੀ ਦੀ ਸਰਕਾਰ ਨੂੰ ਪੁੱਛੋ ਕਿ ਜਿਹੜੇ ਮੈਡੀਕਲ ਇਕਵਿਪਮੈਂਟ ਸੀ ਉਹਨਾਂ ਦੇ ਉੱਤੇ ਕੰਟਰੋਲ ਕਿਉਂ ਨਹੀਂ ਰੱਖ ਸਕੇ ਤੁਸੀਂ। 500 ਵਾਲੇ ਆਕਸੀਮੀਟਰ ਲੋਕਾਂ ਨੇ 1500 ਦੇ ਖਰੀਦੇ ਨੇ। ਇੰਨੀ ਦਿੱਕਤ ਦੇ ਵਿਚਾਲੇ ਜਦੋਂ ਰੋਜ਼ਗਾਰ ਬੰਦ ਸੀ, ਜਦੋਂ ਪਰਿਵਾਰ ਦੇ ਮੈਂਬਰ 4-4 ਹਸਪਤਾਲਾਂ 'ਚ ਪਏ ਸੀ ਜਾਂ ਫਿਰ ਘਰ ਦੇ ਵਿੱਚ ਹੀ ਕੁਆਰੰਟਾਈਨ ਸੀ, ਜਿਨ੍ਹਾਂ ਨੂੰ ਕਰੋਨਾ ਹੋ ਗਿਆ ਸੀ, ਉਹ ਜਾ ਕੇ ਬਾਜ਼ਾਰ ਪੁੱਛਦਾ ਸੀ ਕਿੰਨੇ ਦਾ ਆਕਸੀਮੀਟਰ ਜੀ? 2000 ਰੁਪਏ ਦਾ, 1800 ਰੁਪਏ ਦਾ। ਕਾਂਗਰਸ ਕਹਿੰਦੀ ਹੈ ਪੁੱਛੋ ਬੀਜੇਪੀ ਨੂੰ ਕਿਉਂ ਨਹੀਂ ਕੰਟਰੋਲ ਕੀਤਾ। शुक्ला जी, मेरी आवाज इको करी जरा और कह देना। मेरे वीर खुल्लर साहब बैठे ने जी, कहते जी हाई कोर्ट च मामला हैगा। खुल्लर साहब, ਜਿਹੜੀ ਹਾਈ ਕੋਰਟ ਦੀ ਤੁਸੀਂ ਗੱਲ ਕਰਦੇ ਹੋ ਨਾ, 26/5/2021 ਨੂੰ ਜਿਵੇਂ ਆਪਣੇ ਕਰਸਪੋਂਡੈਂਟ ਸਾਹਿਬ ਨੇ ਦੱਸਿਆ, ਇਹ ਆਲਰੇਡੀ ਡਿਸਪੋਜ਼ ਆਫ ਹੋ ਕੇ ਤੁਹਾਡੇ ਪ੍ਰੈਰੋਗੇਟਿਵ ਚ ਆ ਚੁੱਕੀ ਹੋਈ ਹੈ 26/5 ਦੀ।
26/5 ਨੂੰ ਉਸ ਪਟੀਸ਼ਨ ਤੇ ਆਰਡਰ ਹੋ ਚੁੱਕਾ ਹੋਇਆ ਹੈ, ਹਾਈ ਕੋਰਟ 'ਚ ਕੋਈ ਮੈਟਰ ਪੈਂਡਿੰਗ ਨਹੀਂਗਾ, ਐਵੇਂ ਲੇਮ ਐਕਸਕਿਊਜ਼ ਨਾ ਕਰੀਏ। ਲੇਕਿਨ ਸ਼ੁਕਲਾ ਜੀ, ਸਵਾਲ ਇਹ ਪੈਦਾ ਹੁੰਦਾ ਹੈ ਜੀ ਕਿ 1 ਅਪ੍ਰੈਲ ਨੂੰ ਟੈਂਡਰ ਇਨਵਾਈਟ ਕੀਤੇ ਜਾਂਦੇ, ਯਾਨੀ ਕਿ ਟੈਂਡਰ ਪਹੁੰਚਣ ਦੀ ਲਾਸਟ ਡੇਟ ਹੈ ਕਿ ਅਸੀਂ 50,000 ਆਪਣੇ ਫਤਿਹ ਕਿਟਸ ਜਿਹੜੀ ਹੈਗੀਆਂ ਨੇ ਉਹਦਾ ਵਾਸਤੇ ਟੈਂਡਰ ਮੰਗਾਇਆ। ਸੰਗਮ ਮੈਡੀਕਲ ਸਟੋਰ ਨੇ 837 ਰੁਪਏ 76 ਪੈਸੇ ਇਨਕਲੂਡਿੰਗ ਟੈਕਸ ਆਪਣਾ ਲੋਐਸਟ ਬਿਡ ਦਿੱਤੀ। 3/4 ਨੂੰ ਪਰਚੇਜ਼ ਆਰਡਰ ਇਸ਼ੂ ਹੋਇਆ। ਤੁਸੀਂ ਹੈਰਾਨੀ ਹੋਏਗੀ ਕਿ 837 ਰੁਪਏ 76 ਪੈਸੇ ਕੋਟ ਕੀਤਾ, 940 ਰੁਪਏ 80 ਪੈਸੇ ਦੇ ਵਿੱਚ ਉਹ ਟੈਂਡਰ ਉਹ ਪਰਚੇਜ਼ ਆਰਡਰ ਦਿੱਤਾ ਗਿਆ। ਪਹਿਲਾਂ ਤਾਂ ਇੱਥੇ ਹੀ ਤੁਸੀਂ ਦੇਖੋ ਕਿ ਮੈਂ ਕਹਿੰਦਾ ਕਿ ਮੈਂ 837 ਰੁਪਏ 76 ਪੈਸੇ ਚ ਸਮਾਨ ਦੇਣ ਨੂੰ ਤਿਆਰ ਹਾਂ, ਤੇ ਤੁਸੀਂ ਕਹਿੰਦੇ ਪਿਓ ਨਾ ਮੈਂ ਤੇ 940 ਰੁਪਏ 80 ਪੈਸੇ ਦੇਣਾ, ਯਾਨੀ ਕਿ 100 ਰੁਪਇਆ ਵਧਾ ਕੇ ਦੇਣਾ। ਇੱਕ ਤੇ ਏਦਾਂ ਦੇਖਿਆ ਤੁਸੀਂ ਕਿਸੇ ਟੈਂਡਰ ਦਾ? ਫਿਰ ਇਹ ਕਿਉਂ ਕੀਤਾ ਗਿਆ, ਮੈਂ ਹੁਣ ਇਹ ਵੀ ਕਲੀਅਰ ਕਰਦਾ। ਇੱਕ ਮਿੰਟ ਸ਼ੁਕਰੀਆ, ਹੁਣ ਪਲੀਜ਼ 2 ਮਿੰਟ ਦੇ ਦਿਓ, ਗੱਲ ਪੂਰੀ ਕਰ ਲੈਣ ਦਿਓ ਪਲੀਜ਼। ਜੀ ਕਰੋ, ਠੀਕ ਹੈ, ਕੰਪਲੀਟ ਕਰੋ ਤੁਸੀਂ। ਇਹਨਾਂ ਨੇ 50,000 ਦਾ ਟੈਂਡਰ ਕੀਤਾ ਸੀਗਾ, ਸੰਗਮ ਮੈਡੀਕਲ ਸਟੋਰ ਨੂੰ 16,668 ਰੁਪਏ ਦਾ 668 ਕਿਟਸ ਦਾ ਆਰਡਰ ਦਿੱਤਾ, ਔਰ 16,668 ਦੋ ਬੰਦੇ ਹੋਰ ਐਡ ਕੀਤੇ 16,600 ਦੇ ਜਿਹੜੇ ਇਹਨਾਂ ਦੇ ਚਹੇਤੇ ਸਨ। ਜਦ ਸੰਗਮ ਨੇ 837 ਦਾ ਆਰਡਰ ਕੀਤਾ ਸੀਗਾ ਤੇ ਫਿਰ ਤੁਸੀਂ ਉਹਨੂੰ 50,000 ਦਾ ਕਿਟ ਕਿਉਂ ਨਹੀਂ ਦਿੱਤੀ? ਤੁਸੀਂ ਉਹਨੂੰ ਕਿਉਂ 16,000 ਦਾ ਪਰਚੇਜ਼ ਆਰਡਰ ਦਿੱਤਾ? ਔਰ ਬਾਕੀ ਜਿਹੜੀਆਂ ਫਰਮਾਂ ਨੂੰ ਦਿੱਤਾ ਤੁਸੀਂ, ਉਹ ਕੌਣ ਸੀਗੀਆਂ? ਸਵਾਲ ਇੱਕ ਪੈਦਾ ਹੁੰਦਾ ਜਿੱਥੋਂ ਇੱਥੋਂ ਸ਼ੰਕਾ ਹੋਈ। ਫਿਰ ਦੂਸਰੀ ਗੱਲ, ਠੀਕ ਹੈ, 19/4 ਨੂੰ ਇਹ ਦੂਸਰਾ ਪਰਚੇਜ਼ ਆਰਡਰ ਕਰਦੇ ਪਏ, 19/4 ਨੂੰ ਟੈਂਡਰ ਮੰਗਾਉਂਦੇ ਪਏ ਨੇ, ਔਰ ਇਹਦਾ ਪਰਚੇਜ਼ ਆਰਡਰ ਜਿਹੜਾ ਹੈਗਾ ਇਸ਼ੂ ਹੁੰਦਾ ਪਿਆ 1226 ਰੁਪਏ ਦੇ 40 ਪੈਸੇ ਦੇ ਵਿੱਚ ਗ੍ਰੈਂਡਵੇਜ਼ ਨੂੰ। ਠੀਕ ਹੈ, ਮੈਂ ਸਰੀਨ ਸਾਹਿਬ ਮੈਂ ਵਿਚਾਲੇ ਰੋਕ ਰਿਹਾ। ਇਹ ਸਾਰੇ ਪੁਆਇੰਟ ਅਸੀਂ ਆਪਣੇ ਗ੍ਰਾਫਿਕਸ ਦੇ ਉੱਤੇ ਗ੍ਰਾਫਿਕਸ ਦੇ ਜ਼ਰੀਏ ਸਕਰੀਨ ਤੇ ਐਗਜ਼ੈਕਟਲੀ ਡੇਟ ਵਾਈਜ਼ ਦੱਸ ਰਹੇ ਹਾਂ। ਮੈਂ ਇਸ ਕਰਕੇ ਕਹਿ ਰਿਹਾ ਕਿ ਟਾਈਮ ਨਾ ਖਰਾਬ ਹੋਵੇ। ਮੈਂ ਤਾਂ ਤੁਹਾਡੇ ਪੁਆਇੰਟ ਦੇ ਉੱਤੇ ਆ ਰਿਹਾ, ਤੁਸੀਂ ਆਪਣਾ ਪੁਆਇੰਟ ਰੱਖੋ ਤੇ ਨਾਲ ਹੀ ਦੱਸੋ ਨਾ ਕਿ ਕੇਂਦਰ ਦੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਬਣਦੀ ਸੀ ਕਿ ਨਹੀਂ। ਇੱਕ ਮਿੰਟ ਮੈਨੂੰ ਦੇ ਦਿਓ, ਮੈਂ ਸਾਰਾ ਕੁਝ ਦੱਸ ਦੇਗਾ, ਮੇਰੀ ਜ਼ਿੰਮੇਵਾਰੀ ਬਣਦੀ ਜਵਾਬ ਦੇਣਾ, ਲੇਕਿਨ ਮੈਨੂੰ ਸਮਝ ਦੇ ਦਿਓ, ਮੈਂ ਕਿਸੇ ਵਿੱਚ ਨਹੀਂ ਬੋਲਿਆ। ਮੈਨੂੰ ਇਹ ਦੱਸੋ ਕਿ 10 ਦਿਨਾਂ ਦੇ ਵਿੱਚ ਐਸਾ ਕਿਹੜਾ ਆ ਗਿਆ ਸੀਗਾ ਕਿ 837 ਤੋਂ ਚੱਕ ਕੇ 1226 ਆ ਗਿਆ? ਫਿਰ ਉਹੀ ਨਹੀਂ ਹੋਇਆ, 10 ਦਿਨਾਂ ਬਾਅਦ ਫਿਰ ਇੱਕ ਟੈਂਡਰ ਕੱਢ ਲਿਆ ਇਹਨਾਂ ਨੇ 1.5 ਲੱਖ ਕਿੱਟ ਦਾ। ਉਹ 1326 ਨਹੀਂ 1338 ਹੈ ਗੌਰਵ ਜੀ, ਮੈਂ ਤੁਹਾਡੀ ਫਿਗਰ ਵੀ ਕਰੈਕਟ ਕਰ ਦਿਆਂ। 1338 ਰੁਪਏ ਚੋਂ ਵਰਕ ਆਰਡਰ ਇਸ਼ੂ ਹੋਇਆ 1.5 ਲੱਖ ਕਿੱਟ ਦਾ 7/5 ਨੂੰ, ਯਾਨੀ ਕਿ 17 ਦਿਨ ਦੇ ਬਾਅਦ 837 ਤੋਂ 1226 ਹੋ ਗਿਆ, 17 ਦਿਨ ਬਾਅਦ ਫਿਰ 1226 ਤੋਂ 1338, ਯਾਨੀ ਕਿ ਇਹ 30 ਦਿਨਾਂ ਦੇ ਵਿੱਚ 837 ਤੋਂ 1338 ਰੁਪਏ ਹੋ ਗਿਆ, ਯਾਨੀ ਕਿ 500 ਰੁਪਇਆ ਪਰ ਕਿੱਟ ਦਾ ਰੇਟ ਵੱਧ ਗਿਆ। ਇਹ ਕਿਹੜੀ ਸੀਗੀ? ਇਹ ਕਹਿੰਦੇ ਪ੍ਰਾਈਸ ਕੰਟਰੋਲ ਦੀ ਗੱਲ। ਹੁਣ ਇਹ ਕਹਿੰਦੇ ਪ੍ਰਾਈਸ ਕੰਟਰੋਲ ਦੀ ਗੱਲ। ਮੈਨੂੰ ਇੱਕ ਚੀਜ਼ ਦੱਸੋ, ਸਟੇਟ ਦੇ ਵਿੱਚ ਪ੍ਰਾਈਸ ਕੰਟਰੋਲ ਕਿੰਨੇ ਲਾਗੂ ਕਰਨੀ ਹੈ? ਇਹ ਸਰਕਾਰ ਇਹਨਾਂ ਦੀ ਇੱਥੇ ਪੰਜਾਬ 'ਚ ਕਿ ਕਿਹਦੀ ਸਰਕਾਰ ਹੈ? ਜ਼ਿੰਮੇਵਾਰੀ ਤੁਹਾਡੀ ਕੋਈ ਨਹੀਂ ਬਣਦੀ। ਤੁਸੀਂ ਹਰ ਚੀਜ਼ ਤੇ ਕਹਿੰਦੇ ਸੈਂਟਰ ਨੇ ਦੇਖਣਾ, ਸੈਂਟਰ ਨੇ ਦੇਖਣਾ। ਠੀਕ ਹੈ, ਮੈਨੂੰ ਜਵਾਬ ਲੈ ਲੈਣ ਦਿਓ, ਮੈਨੂੰ ਬ੍ਰੇਕ ਲੈਣੀ ਪੈਣੀ ਹੈ, ਮੈਨੂੰ ਇੱਕ ਜਵਾਬ ਲੈ ਲੈਣ ਦਿਓ। ਪ੍ਰਿੰਸ ਖੁੱਲਰ ਜੀ ਜਵਾਬ ਦਿਓ। ਸਰ ਸਰਕਾਰ ਤੋਂ ਸਿੱਧਾ ਜਵਾਬ ਹੈ ਕਿ ਜਿਹੜਾ ਇੱਕ ਸ਼ਖਸ 850 ਰੁਪਏ ਦੀ ਚੀਜ਼ ਵੇਚ ਰਿਹਾ 840 ਦੀ, ਤੁਸੀਂ ਕਹਿੰਦੇ ਨਹੀਂ ਅਸੀਂ ਤਾਂ 940 ਦੀ ਲਵਾਂਗੇ, ਸਾਡੇ ਕੋਲ ਪੈਸੇ ਬਹੁਤ ਹੈ। ਵੈਸੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਪ੍ਰੋਬਲਮ ਹੈ ਪੈਸੇ ਦੀ, ਪਰ ਅਸੀਂ ਜਦੋਂ ਫਤਿਹ ਕਿੱਟਾਂ ਖਰੀਦਣੀਆਂ ਤਾਂ ਵਾਧੂ ਪੈਸਾ ਹੈ। ਗੱਲ ਇਹ ਗੌਰਵ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਿਹਾ ਕਿ ਹਾਈ ਕੋਰਟ ਨੇ ਜਿਹੜਾ ਸੰਗਿਆਨ ਇੱਥੇ ਲਿਆ, ਮੇਰਾ ਕਹਿਣ ਦਾ ਮਤਲਬ ਇਹ ਸੀਗਾ ਉਹਦੇ 'ਚ ਅਸੀਂ ਰਿਪੋਰਟ ਉੱਥੇ ਵੀ ਭੇਜਣੀ ਹੈ। ਠੀਕ ਹੈ ਜੀ, ਉਹਦੇ ਤੇ ਜਿਹੜੀ ਇਹ ਹੁਣ ਸਰੀਨ ਸਾਹਿਬ ਗੱਲ ਕਰ ਰਹੇ ਆ ਨਾ, ਸਰੀਨ ਸਾਹਿਬ ਬਹੁਤ ਸਿਆਣੇ ਨੇ, ਬਹੁਤ ਮੈਚੁਰ ਪੋਲੀਟੀਸ਼ੀਅਨ ਨੇ। ਦੇਖੋ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਜੇ ਕੋਈ ਇਹਨਾਂ ਦੀ ਟੀਕਾ ਨੀਤੀ ਫੇਲ ਨੀਤੀ ਰਹੀ, ਜੇ ਉਹਦਾ ਪ੍ਰਾਈਸ ਤੈਅ ਨਹੀਂ ਕਰ ਪਾਏ, 4 ਰੇਟ ਨੇ ਉਹਦੇ, ਸੈਂਟਰ ਦਾ ਜਿਹੜੀ ਕੰਪਨੀਆਂ ਸਰ ਉਹ ਚੱਲੇ ਨਾ, ਪੰਜਾਬ ਦਾ ਖਜ਼ਾਨਾ ਕਿਉਂ ਚੱਲੇ? ਮੇਰੀ ਇੱਕ ਗੱਲ ਸੁਣੋ, ਜੇ 840 ਵਾਲੀ ਕਿੱਟ 500 ਰੁਪਏ ਰੇਟ ਰਹਿ ਜਾਂਦਾ, ਜੇ ਆਕਸੀਮੀਟਰ ਸਸਤੇ ਹੋ ਜਾਂਦੇ ਤਾਂ ਕੰਪਨੀ ਨੇ ਘੱਟ ਥੋੜੀ ਦੇਣੇ ਸੀ। ਉਹ ਤਾਂ ਕਰਾਰ ਹੋ ਗਿਆ ਨਾ 180 ਦਿਨ ਦਾ, ਉਹਨਾਂ ਨੇ ਕਹਿਣਾ ਸੀ ਨਹੀਂ ਜੀ ਅਸੀਂ ਤਾਂ 840 ਦੇਵਾਂਗੇ। ਗੌਰਵ ਜੀ ਇੱਕ ਮਿੰਟ ਦੇ ਆਪਾਂ ਨੂੰ ਵੀ ਪਤਾ ਨਹੀਂ ਕਰਾਰ ਹੋ ਗਿਆ, ਫਿਰ ਰੇਟ ਘਟੇ ਜਾਂ ਵਧੇ, ਹੁਣ ਕੰਪਨੀ ਦੇਖੂਗੀ। ਗੌਰਵ ਜੀ ਇੱਕ ਮਿੰਟ ਦੇ ਦਿਓ ਮੈਨੂੰ ਯਾਰ, ਮੈਂ ਗੌਰਵ ਜੀ ਉਹਦੇ 'ਚ ਦੱਸਦਾ, ਜਿਹੜੀ ਉਹਦੇ ਟੈਕਨੀਕਲ ਜਿਹੜੇ ਪਾਰਟ ਨੇ ਉਹ ਡਿਪਾਰਟਮੈਂਟ ਵੱਲੋਂ ਜਾਰੀ ਕੀਤੇ ਜਾਣਗੇ। ਮੈਂ ਸਿਰਫ ਇੰਨੀ ਗੱਲ ਤੇ ਤੁਹਾਨੂੰ ਮੈਂ ਦੱਸ ਰਿਹਾ ਬੜੀ ਜ਼ਿੰਮੇਵਾਰੀ ਨਾਲ ਕਿ ਜਦੋਂ ਇਹਦੀ ਲੋੜ ਸੀ, ਜਦੋਂ ਲੋਕ ਲੈਵਲ 1 ਤੇ ਜਾਂ ਜੋ ਸਰਕਾਰ ਨੇ ਫੈਸਲਾ ਲਿਆ ਉਸ ਸਮੇਂ, ਉਹ ਕਿਸੇ ਸੋਚ ਵਿਚਾਰ ਨਾਲ ਹੀ ਲਿਆ ਹੋਊਗਾ ਜੀ। ਕੋਈ ਠੀਕ ਹੈ, ਮੈਨੂੰ ਥੋੜਾ ਬ੍ਰੇਕ ਲੈਣਾ। ਸਰੀਨ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ, ਚਲੋ ਅੱਜ ਮੈਂ ਤੁਹਾਡੇ ਕੋਲ ਆਉਣਾ, ਧਾਰਮਿਕ ਸਾਹਿਬ ਆਉਂਗਾ। ਸਰੀਨ ਸਾਹਿਬ, ਗੌਰਵ ਜੀ ਖੁੱਲਰ ਸਾਹਿਬ ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਤੁਹਾਡੀ ਮਨਸ਼ਾ ਇੱਥੋਂ ਕਲੀਅਰ ਹੋ ਜਾਂਦੀ ਹੈ। 837 ਰੁਪਏ ਚੋਂ 50,000 ਕਿੱਟ ਦੇਣੇ ਚਾਹੁੰਦਾ ਸੀਗਾ, ਤੁਸੀਂ ਉਹਦੇ ਕੋਲ 16,000 ਲਿੱਤੀ,
ਜੇ ਦੁਬਾਰਾ ਤੁਹਾਨੂੰ ਟੈਂਡਰ ਦੀ ਲੋੜ ਪੈ ਰਹੀ ਸੀ ਪਹਿਲਾਂ ਉਹਦੇ ਕੋਲ 50,000 ਪੂਰਾ ਕਰ ਲੈਂਦੇ। ਉਹ ਕਿਉਂ ਨਹੀਂ ਕੀਤਾ ਤੁਸੀਂ? 33,000 ਜਿਹੜੀ ਕਿੱਟ ਬਾਕੀ ਲੈ ਸਕਦੇ ਸੀ ਤੁਸੀਂ। ਉਹਦਾ ਜਵਾਬ ਦੇਾਂਗੇ ਨਾ। ਖੁੱਲਰ ਸਾਹਿਬ ਵਿੱਚ ਨਹੀਂ, ਖੁੱਲਰ ਸਾਹਿਬ ਵਿੱਚ ਨਹੀਂ, ਖੁੱਲਰ ਸਾਹਿਬ ਵਿੱਚ ਨਹੀਂ, ਖੁੱਲਰ ਸਾਹਿਬ ਵਿੱਚ ਨਹੀਂ। ਖੁੱਲਰ ਸਾਹਿਬ ਮੇਰੀ ਬੇਨਤੀ ਮੰਨ ਲਓ, ਵਿੱਚ ਨਾ ਬੋਲੋ। ਮੇਰਾ ਇਹ ਕਹਿਣਾ ਹੈ ਉਹ 33,000 ਕਿੱਟ ਉਹਦੇ ਕੋਲ ਕਿਉਂ ਨਹੀਂ ਰਿਕਵਰ ਕੀਤੀ ਤੁਸੀਂ? ਉਹਨੇ 50,000 ਦੀ ਕਮਿਟਮੈਂਟ ਕੀਤੀ, 50,000 ਦਾ ਟੈਂਡਰ ਦਿੱਤਾ ਕਿ ਮੈਂ 837 ਰੁਪਏ ਦੇਵਾਂਗਾ, ਤੁਸੀਂ ਉਹਨੂੰ ਫਿਰ ਵੀ 100 ਰੁਪਏ ਵਧਾ ਕੇ 940 ਚ ਦੇ ਦਿੱਤਾ। ਉਹਦੇ ਬਾਵਜੂਦ ਵੀ ਜਿਹੜਾ ਹੈਗਾ ਬਾਕੀ 33,000 ਕਿਉਂ ਨਹੀਂ ਰਿਕਵਰ ਕੀਤਾ? ਅਗਲਾ 50,000 ਦਾ ਆਰਡਰ ਦੇਣ ਤੋਂ ਪਹਿਲਾਂ ਤੁਸੀਂ ਪਹਿਲਾਂ ਉਹ 33,000 ਤੇ ਰਿਕਵਰ ਕਰਦੇ ਉਹਦੇ ਕੋਲੋਂ। 1226 ਦੇ ਵਿੱਚ ਜਿਹੜਾ ਕਮ ਸੇ ਕਮ 33,000 ਦਾ ਬਚਾਅ ਤਾਂ ਹੋ ਜਾਂਦਾ। ਉਹਦੀ ਕਮਿਟਮੈਂਟ ਸੁਣ ਲਓ ਗੱਲ ਮੇਰੀ, ਉਹਦੀ ਕਮਿਟਮੈਂਟ ਮੈਂ ਉਹੀ ਕੋਈ ਟੈਕਨੀਕਲ ਪ੍ਰੋਬਲਮ ਕਰਕੇ ਜਾਂ ਜਿਹੜਾ ਹੋ ਕੇ ਉਹ ਆਰਡਰ ਹੋਇਆ ਉਹ ਅਸੀਂ ਕਲੀਅਰ ਕਰ ਰਹੇ ਹਾਂ। ਡਿਪਾਰਟਮੈਂਟ ਆਲਰੇਡੀ ਸੀਐਮ ਸਾਹਿਬ ਨੇ ਦੱਸਤਾ ਕਿ ਜਵਾਬ ਦਿਓ ਕਿਉਂ ਨਹੀਂ ਹੋਇਆ। ਪ੍ਰਿੰਸੀ ਕਪੜਾ ਕਿੱਥੇ ਹੋਇਆ? ਮੈਂ ਤੁਹਾਨੂੰ ਵੀ ਦੱਸ ਦਿੰਦਾ, ਮੈਂ ਉਹ ਵੀ ਦੱਸ ਰਿਹਾ ਤੁਹਾਨੂੰ ਕਪੜਾ ਕਿੱਥੇ ਹੋਇਆ। ਮੈਨੂੰ ਇੱਕ ਚੀਜ਼ ਦੱਸੋ, ਇਹ ਜਿਹੜਾ ਟੈਂਡਰ 837 ਰੁਪਏ ਦਾ ਹੋਇਆ ਸੀਗਾ ਉਹਦੇ ਵਿੱਚ ਬੜਾ ਕਲੀਅਰ ਲਿਖਿਆ ਹੋਇਆ ਇਹ ਟੈਂਡਰ 180 ਦਿਨ ਲਈ ਵੈਲਿਡ ਹੈ ਪਰਚੇਜ਼ ਆਰਡਰ, ਔਰ ਉਹਦੇ ਚ ਇਹ ਵੀ ਲਿਖਿਆ ਕਿ ਇਹ ਮਾਤਰਾ ਜਿਹੜੀ ਹੈਗੀ ਹੈ 50,000 ਤੋਂ ਵਧਾਈ ਵੀ ਜਾ ਸਕਦੀ ਹੈ, ਘਟਾਈ ਵੀ ਜਾ ਸਕਦੀ ਹੈ। ਤੇ ਤੁਸੀਂ ਕਿਉਂ ਨਹੀਂ ਵਧਾ ਲਈ 837 ਦੇ ਵਿੱਚ? ਕਿਉਂ 1226 ਦਾ ਦੁਆਰਾ 10 ਦਿਨਾਂ ਬਾਅਦ ਟੈਂਡਰ ਤੁਸੀਂ ਐਕਸੈਪਟ ਕੀਤਾ? ਤੁਸੀਂ ਇਹਨੂੰ ਇਲਾਕ ਕਰ ਲੈਂਦੇ। ਉਹਦੀ ਕਮਿਟਮੈਂਟ ਸੀ, ਉਹ ਫਸਿਆ ਹੋਇਆ ਸੀਗਾ, ਉਹਦੀ ਅਰਨੈਸਟ ਮਨੀ ਤੁਹਾਡੇ ਕੋਲ ਡਿਪੋਜ਼ਿਟ ਹੈ, ਤੁਸੀਂ ਫੋਰਫਿਟ ਕਰ ਜਾਂਦੇ ਉਹਨੂੰ। ਇੱਥੋਂ ਪਤਾ ਲੱਗਦਾ ਕਿ ਤੁਹਾਡੀ ਮਨਸ਼ਾ ਠੀਕ ਨਹੀਂ ਸੀਗੀ। 10 ਦਿਨ ਦੇ ਵਿੱਚ ਦੁਆਰਾ ਟੈਂਡਰ ਨਹੀਂ ਹੋ ਸਕਦਾ। ਸਾਡੀ ਮਨਸ਼ਾ ਲੋਕਾਂ ਨੂੰ ਬਚਾਉਣ ਦੀ ਜਵਾਬ ਦੇ ਦਿਓ ਨਾ, ਜਵਾਬ ਦੇ ਦਿਓ, ਬਾਕੀ ਮਹਿਮਾਨ ਵੀ ਵੇਟ ਕਰ ਰਹੇ, ਮੈਨੂੰ ਬ੍ਰੇਕ ਵੀ ਲੈਣਾ ਪਏਗਾ। ਮੈਂ ਗੌਰਵ ਜੀ, ਸਾਡੀ ਮਨਸ਼ਾ ਲੋਕਾਂ ਨੂੰ ਬਚਾਉਣ ਦੀ ਸੀ ਜੋ ਉਸ ਟਾਈਮ ਕੰਡੀਸ਼ਨ ਸੀਗੀ ਪੰਜਾਬ ਦੀ ਜਾਂ ਦੇਸ਼ ਦੀ, ਠੀਕ ਹੈ ਜੀ। ਅਸੀਂ ਆਪਣੇ ਲੋਕਾਂ ਦੇ ਹਿੱਤ 'ਚ ਜੋ ਫੈਸਲਾ ਲਿਆ, ਕੋਈ ਕਰਪਸ਼ਨ ਨਹੀਂ। ਮੈਂ ਫਿਰ ਬੜੀ ਐਕਸ਼ਨ ਦੱਸੋ ਨਾ ਸਰ, ਜਿਸ ਕੰਪਨੀ ਤੋਂ 50,000 ਲੈਣੇ ਸੀ ਉਹਨੇ ਨਹੀਂ ਦਿੱਤੇ ਜਾਂ ਅਸੀਂ ਨਹੀਂ ਲਏ ਤਾਂ ਦੱਸੋ ਨਾ ਕਰਿਆ ਕੀ, ਕੀਤਾ ਕੀ ਉਸ ਦੇ ਉੱਤੇ ਡਿਪਾਰਟਮੈਂਟ ਨੇ? ਨਾ ਜੀ, ਉਹਦੇ ਤੇ ਅਸੀਂ ਜਿਹੜੀ ਹੈਗੀ ਆ ਰਿਪੋਰਟ ਸੀਐਮ ਸਾਹਿਬ ਨੇ ਕਿਹਾ 2-3 ਦਿਨ ਦੇ ਵਿੱਚ ਰਿਪੋਰਟ ਆ ਗਈ, ਤੁਹਾਡੇ ਸਾਰਿਆਂ ਦੇ ਆਪਾਂ ਜਵਾਬ ਦੇ ਆ ਉਸ ਗੱਲ ਦੇ। ਜਨਤਾ ਚਲੋ ਠੀਕ ਹੈ, ਆਪਾਂ ਇਸੇ ਪੁਆਇੰਟ ਤੇ ਮੈਨੂੰ ਇੱਕ ਛੋਟਾ ਜਿਹਾ ਬ੍ਰੇਕ ਲੈਣ ਦਿਓ, ਮੈਂ ਬ੍ਰੇਕ ਲੈ ਲਵਾਂ, ਉਸ ਤੋਂ ਬਾਅਦ ਵਾਪਸ ਆਉਣੇ ਆ, ਗੱਲਬਾਤ ਨੂੰ ਅੱਗੇ ਵਧਾਵਾਂਗੇ। ਦੋ ਚੀਜ਼ਾਂ ਨੇ, ਸਮਝਣ ਦੀ ਵੀ ਕੋਸ਼ਿਸ਼ ਤੁਸੀਂ ਜ਼ਰੂਰ ਕਰਿਓ ਕਿ ਟੈਂਡਰ ਦਾ ਮਤਲਬ ਕੀ ਹੁੰਦਾ ਹੈ। ਜਦੋਂ ਇੱਕ ਟੈਂਡਰ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਇੱਕ ਤਰੀਕੇ ਨਾਲ ਕਰਾਰ ਹੋ ਜਾਂਦਾ ਇੱਕ ਕੰਪਨੀ ਦੇ ਨਾਲ, ਤਾਂ ਕਿ ਉਹ ਕੰਪਨੀ ਉਸ ਤੋਂ ਬਾਹਰ ਜਾ ਸਕਦੀ ਹੈ ਜਾਂ ਫਿਰ ਜੋ ਖਰੀਦਣ ਵਾਲਾ ਹੈ ਜਿਸ ਨੇ ਟੈਂਡਰ ਕੱਢੇ ਸੀ ਕਿ ਉਹ ਬਾਹਰੋਂ ਜਾ ਕੇ ਲੈ ਸਕਦੇ ਨੇ, ਇਨਫੈਕਟ ਲੈ ਸਕਦੇ ਨੇ, ਪਰ ਕਿ ਵਾਕਈ ਉਸ ਦੀ ਇਹਨਾਂ ਸਾਰੇ ਗੱਲਾਂ ਦੇ ਉੱਤੇ ਜ਼ਿਕਰ ਹੋਵੇਗਾ। ਤੇ ਨਾਲ ਨਾਲ ਜੋ ਗੱਲ ਹਾਈ ਕੋਰਟ ਦੀ ਹੈ, ਜੇ ਹਾਈ ਕੋਰਟ 'ਚ ਡਿਸਪੋਜ਼ ਆਫ ਹੋ ਗਈ ਹੈ ਪੂਰੀ ਪਟੀਸ਼ਨ, ਤਾਂ ਫਿਰ ਹੁਣ ਹਾਈ ਕੋਰਟ ਦੇ ਵਿੱਚ ਇਸ ਪੂਰੇ ਮਾਮਲੇ ਦਾ ਸਟੇਟਸ ਕੀ ਹੈ ਉਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਧਾਰਨੀ ਸਾਹਿਬ ਸੀਨੀਅਰ ਵਕੀਲ ਵੀ ਨੇ। ਛੋਟੇ ਜਿਹੇ ਬ੍ਰੇਕ ਲੈ ਲਓ।